ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਨੂੰ ਕਦੇ ਛੱਡਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿਣਾ ਹੈ। ਉਸ ਦੇ ਲਈ ਅਸੀਂ ਤੇਰੇ ਨਾਮ ਨੂੰ ਧੰਨਵਾਦ, ਤੇਰੇ ਨਾਮ ਨੂੰ ਮਹਿਮਾ, ਤੇਰੇ ਨਾਮ ਨੂੰ ਵਡਿਆਈ ਅਤੇ ਤੇਰੇ ਨਾਮ ਨੂੰ ਜਲਾਲ ਦਿੰਦੇ ਹਾਂ, ਕਿਉਂਕਿ ਪਰਮੇਸ਼ਰ, ਤੇਰੇ ਜਿਹੇ ਪਰਮੇਸ਼ਰ ਤੋਂ ਸਾਨੂੰ ਪਰਮੇਸ਼ਰ ਪਿਤਾ ਸ਼ਾਂਤੀ ਮਿਲਦੀ ਹੈ। ਤੇਰੇ ਜਿਹੇ ਪਰਮੇਸ਼ਰ ਤੋਂ ਸਾਨੂੰ ਬੁੱਧ ਮਿਲਦੀ ਹੈ। ਤੇਰੇ ਜਿਹੇ ਪਰਮੇਸ਼ਰ ਤੋਂ ਸਾਨੂੰ ਜਿਉਣ ਦਾ ਬਲ ਮਿਲਦਾ ਹੈ। ਉਸ ਦੇ ਲਈ ਅਸੀਂ ਤੇਰੇ ਸ਼ੁਕਰਗੁਜ਼ਾਰ ਹਾਂ। ਇਸ ਵਚਨ ਦੇ ਰਾਹੀਂ ਸਾਨੂੰ ਆਪ ਦੀਆਂ ਭੇਤ ਦੀਆਂ ਗੱਲਾਂ ਸਿੱਖਦਿਆਂ ਹੋਇਆਂ ਆਪ ਦੇ ਰਾਜ ਵਿੱਚ ਵਧਣ ਦੇ ਲਈ ਸਾਡੀ ਮਦਦ ਕਰਿਓ, ਤਾਂ ਕਿ ਤੇਰੇ ਨਾਮ ਨੂੰ ਮਹਿਮਾ, ਤੇਰੇ ਨਾਮ ਨੂੰ ਵਡਿਆਈ ਮਿਲੇ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਸੁਣਨ ਵਾਲੇ ਅਤੇ ਬੋਲਣ ਵਾਲੇ ਦੋਨਾਂ ਨੂੰ ਆਪਣੀ ਬਰਕਤ ਬਖਸ਼। ਸਭ ਕੁਝ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਂ ਚਮਕਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਜ਼ਬੂਰ 105 ਦਾ 103 ਤੋਂ 4 ਲਿਆ ਹੈ। ਇੱਥੇ ਲਿਖਿਆ ਹੈ, ਉਹਦੇ ਪਵਿੱਤਰ ਨਾਮ ਵਿੱਚ ਫਕਰ ਕਰੋ, ਯਹੋਵਾ ਦੇ ਤਾਲੀਮਾਂ ਦੇ ਮਨ ਆਨੰਦ ਹੋਣ। ਯਹੋਵਾ ਤੇ ਉਸ ਦੀ ਸਮਰੱਥ ਦੀ ਭਾਲ ਕਰੋ, ਉਹਦੇ ਦਰਸ਼ਨ ਨੂੰ ਲਗਾਤਾਰ ਲੋਚੋ। ਇੱਥੇ ਪਹਿਲੀ ਗੱਲ ਜਿਹੜੀ ਹੈ, ਯਹੋਵਾ ਤੇ ਉਸ ਦੀ ਸਮਰੱਥ ਦੀ ਭਾਲ ਕਰੋ। ਇਹ ਗੱਲ ਇੱਥੇ ਜਦੋਂ ਅਸੀਂ ਵਚਨ ਦੇ ਵਿੱਚ ਦੇਖਦੇ ਹਾਂ, ਸਾਨੂੰ ਸਿਰਫ ਪਰਮੇਸ਼ਰ ਦੀ ਹਜ਼ੂਰੀ ਦਾ ਆਨੰਦ ਉਠਾਉਣ ਦੇ ਲਈ ਹੀ ਨਹੀਂ ਬੁਲਾਇਆ ਗਿਆ, ਸਗੋਂ ਸਾਨੂੰ ਉਹਦੀ ਸ਼ਕਤੀ ਅਤੇ ਸਮਰੱਥ ਉੱਤੇ ਭਰੋਸਾ ਰੱਖਣ ਦੇ ਲਈ ਵੀ ਸੱਦਿਆ ਗਿਆ ਹੈ। ਜਦੋਂ ਪਰਮੇਸ਼ਰ ਸਾਨੂੰ ਬੁਲਾਉਂਦਾ ਹੈ ਤਾਂ ਅਸੀਂ ਉਹਦੀ ਸਮਰੱਥ ਅਤੇ ਉਹਦੀ ਸ਼ਕਤੀ ਨੂੰ ਵੇਖਦੇ ਹਾਂ। ਜਦੋਂ ਮੂਸਾ ਮਿਸਰ ਦੇ ਵਿੱਚ ਸੀ, ਮਿਸਰ ਤੋਂ ਪਾਰ ਸੀ, ਤਦ ਇਸਰਾਏਲੀ ਮੂਸਾ ਦੇ ਪਿੱਛੇ ਪਰਮੇਸ਼ਰ ਦੀ ਆਵਾਜ਼ ਦੇ ਨਾਲ ਚੱਲੇ, ਔਰ ਪਰਮੇਸ਼ਰ ਮੂਸਾ ਨੂੰ ਅਗਵਾਈ ਦਿੰਦਾ ਸੀ ਤੇ ਇਸਰਾਏਲੀ ਉਹਦੇ ਪਿੱਛੇ ਚੱਲਦੇ ਸਨ। ਜਦੋਂ ਸਮੁੰਦਰ ਦੇ ਕਿਨਾਰੇ ਪਹੁੰਚ ਗਏ, ਪਿੱਛੇ ਫੌਜਾਂ ਆ ਗਈਆਂ, ਤਾਂ ਉਹਨਾਂ ਦੇ ਦਿਲ ਡਾਮਾਡੋਲ ਸੀ। ਤਾਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ਆਪਣਾ ਟਾਂਗਾ ਚੱਕ ਅਤੇ ਇਸ ਪਾਣੀ ਦੇ ਉੱਤੇ ਮਾਰ। ਉਸ ਟਾਂਗੇ ਦੇ ਵਿੱਚ ਪਰਮੇਸ਼ਰ ਦੀ ਸਮਰੱਥ ਨੂੰ ਵੇਖਿਆ ਗਿਆ। ਉਹ ਟਾਂਗਾ ਅਗਵਾਈ ਦਾ ਸੀ, ਉਹ ਟਾਂਗਾ ਉਸ ਦੀ ਸਮਰੱਥ ਦਾ ਸੀ, ਉਹ ਟਾਂਗਾ ਉਸ ਦੀ ਸ਼ਕਤੀ ਨੂੰ ਇਸਰਾਇਲ ਦੇ ਉੱਤੇ ਪ੍ਰਗਟ ਕਰ ਰਿਹਾ ਸੀ। ਜਦੋਂ ਅਸੀਂ ਪਰਮੇਸ਼ਰ ਦੀ ਸਮਰੱਥ ਨੂੰ ਭਾਲਦੇ ਹਾਂ ਤਾਂ ਉਹ ਸਾਨੂੰ ਆਪਣੀ ਸਮਰੱਥ ਦਿਖਾਉਂਦਾ ਹੈ, ਔਰ ਮੂਸਾ ਨੇ ਇਸਰਾਇਲ ਦੇ ਵਿੱਚ ਪਰਮੇਸ਼ਰ ਦੀ ਉਸ ਸਮਰੱਥ ਨੂੰ ਪ੍ਰਗਟ ਕੀਤਾ ਤਾਂ ਉਹ ਪਾਣੀ 2 ਭਾਗ ਹੋ ਗਿਆ। ਅੱਜ ਤੱਕ ਕੋਈ ਵੀ ਪਾਣੀ ਨੂੰ ਅੱਡ ਨਹੀਂ ਕਰ ਸਕਿਆ। ਪਾਣੀ ਆਪਣੇ ਰਸਤੇ ਆਪ ਬਣਾ ਲੈਂਦਾ ਹੈ, ਪਰ ਧੰਨਵਾਦ ਹੈ ਸਾਡੇ ਪਰਮੇਸ਼ਰ ਦਾ, ਜਿਸ ਨੇ ਮੂਸਾ ਦੇ ਜੀਵਨ ਦੇ ਵਿੱਚ ਇਸਰਾਏਲੀਆਂ ਦੇ ਅੱਗੇ ਪਰਮੇਸ਼ਰ ਦੀ ਉਸ ਸਮਰੱਥ ਨੂੰ ਪ੍ਰਗਟ ਕੀਤਾ। ਔਰ ਇਹ ਸਮਰੱਥ ਜਿਹੜੀ ਉਸ ਸਮੇਂ ਮੂਸਾ ਦੇ ਸਮੇਂ ਦੇ ਵਿੱਚ ਪ੍ਰਗਟ ਹੋਈ, ਉਹ ਸਾਡੇ ਵਿੱਚ ਪ੍ਰਭੂ ਯਸੂ ਮਸੀਹ ਦੇ ਰਾਹੀਂ ਉਹਦੇ ਪਵਿੱਤਰ ਆਤਮਾ ਦੇ ਵਿੱਚ ਪ੍ਰਗਟ ਹੋਈ। ਪਰਮੇਸ਼ਰ ਪੁੱਤਰ ਜਦੋਂ ਤੱਕ ਉਹ ਤਾਹਾਂ ਨਹੀਂ ਗਿਆ, ਉਦੋਂ ਤੱਕ ਪਵਿੱਤਰ ਆਤਮਾ ਨਹੀਂ ਆਇਆ। ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਜਦੋਂ ਅਸੀਂ ਯਹੋਨਾ ਦੀ ਅੰਜੀਲ ਉਸ ਦਾ 16 ਅਧਿਆਏ ਉਸ ਦੀ 7 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਪਵਿੱਤਰ ਆਤਮਾ ਦੇ ਬਾਰੇ ਦੇ ਵਿੱਚ ਇੱਕ ਬੜੀ ਸਾਫ਼ ਗੱਲ ਉਹਦੀ ਸਮਰੱਥ ਦੇ ਬਾਰੇ ਪ੍ਰਗਟ ਕਰਦੀ ਹੈ, ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਦੇ ਲਈ ਪ੍ਰਗਟ ਕੀਤੀ ਗਈ ਹੈ। ਇੱਥੇ 16 ਦੇ 7 ਵਿੱਚ ਕਹਿੰਦਾ ਹੈ, ਪਰ ਮੈਂ ਤੁਹਾਨੂੰ ਸੱਚ ਆਖਦਾ, ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ, ਕਿਉਂ ਜੋ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਾ ਆਵੇਗਾ, ਪਰ ਮੈਂ ਜੇ ਜਾਵਾਂ ਤਾਂ ਉਹ ਤੁਹਾਡੇ ਕੋਲ ਘੱਲ ਦਿਆਂਗਾ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ
ਜਿਹੜਾ ਸਰੀਰ ਦੇ ਵਿੱਚ ਸੀ ਉਹ ਆਪਣਾ ਸਭ ਜਗ੍ਹਾ ਦੇ ਉੱਤੇ ਨਹੀਂ ਸੀ ਜਾ ਸਕਦਾ। ਹੁਣ ਉਹ ਪਵਿੱਤਰ ਆਤਮਾ ਦੇ ਵਿੱਚ ਸਾਡੇ ਕੋਲ ਆਇਆ ਹੈ, ਸਾਡੇ ਵਿੱਚ ਵਾਸ ਕਰਦਾ ਹੈ ਹਮੇਸ਼ਾ, ਅਤੇ ਉਹਦੀ ਬਾਸ ਅਤੇ ਉਹਦੀ ਸਮਰੱਥ ਅਸੀਂ ਆਪਣੇ ਵਿੱਚ ਵੇਖ ਰਹੇ ਹਾਂ। ਜਿੱਦਾਂ ਅਸੀਂ ਉਹਨੂੰ ਭਾਲਦੇ ਹਾਂ ਉਹਦੀ ਸਮਰੱਥ ਸਾਡੇ ਵਿੱਚ ਪ੍ਰਗਟ ਹੁੰਦੀ ਹੈ। ਇਸੇ ਕਰਕੇ ਤਾਂ ਅਸੀਂ ਜਦੋਂ ਰਸੂਲਾਂ ਦੇ ਕਰਤੱਵ 1:8 ਪੜ੍ਹਦੇ ਹਾਂ ਤਾਂ ਉੱਥੇ ਆਪਣਾ ਸਾਫ਼ ਰੀਤੀ ਨਾਲ ਲਿਖਿਆ, ਜਾਂ ਉਹ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਾਮਰਥ ਪਾਓਗੇ। ਯਰੂਸ਼ਲਮ, ਯਹੂਦੀਆ, ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕਰ ਤੁਸੀਂ ਮੇਰੇ ਗਵਾਹ ਠਹਿਰੋਗੇ। ਅਸੀਂ ਗਵਾਹ ਹਾਂ ਉਹਦੀ ਸਾਮਰਥ, ਉਹਦੇ ਆਤਮਾ ਦੀ ਸਮਰਥ, ਉਹਦੇ ਆਤਮਾ ਦੀ ਸਮਰਥ, ਮਸੀਹ ਯਸੂ ਦੀ ਸਮਰਥ, ਮਸੀਹ ਯਸੂ ਦੀ ਸਮਰਥ, ਪਰਮੇਸ਼ਰ ਦੀ ਸਮਰਥ ਸਾਡੇ ਵਿੱਚ ਕੰਮ ਕਰਦੀ ਹੈ ਜਦੋਂ ਅਸੀਂ ਭਾਲ ਕਰਦੇ ਹਾਂ। ਜਦੋਂ ਅਸੀਂ ਭਾਲ ਨਹੀਂ ਕਰਦੇ ਤਾਂ ਇਹ ਸਮਰੱਥ ਸਾਡੇ ਵਿੱਚ ਕਾਰਜ ਨਹੀਂ ਕਰਦੀ ਹੈ। ਸਾਨੂੰ ਸਾਰਿਆਂ ਨੂੰ ਉਸ ਦੇ ਨਾਲ ਆਪਣੇ ਸੰਬੰਧ ਨੂੰ ਬਣਾਈ ਰੱਖਣ ਦੇ ਲਈ, ਉਸ ਨੂੰ ਭਾਉਂਦਾ ਜੀਵਨ ਗੁਜ਼ਾਰਨ ਦੇ ਲਈ ਅਤੇ ਉਸ ਦੇ ਬਾਰੇ ਦੂਸਰਿਆਂ ਨੂੰ ਦੱਸਣ ਦੇ ਲਈ ਪਰਮੇਸ਼ਰ ਦੀ ਸ਼ਕਤੀ ਦੀ ਜ਼ਰੂਰਤ ਹੈ। ਇਹ ਸਮਰੱਥ ਮਸੀਹ ਦੇ ਮਗਰ ਚੱਲਣ ਵਾਲਿਆਂ ਦੇ ਕੋਲ ਪਵਿੱਤਰ ਆਤਮਾ ਦੇ ਰਾਹੀਂ ਆਉਂਦੀ ਹੈ। ਦੂਸਰੀ ਗੱਲ, ਸਾਨੂੰ ਹਰ ਰੋਜ਼ ਪਰਮੇਸ਼ਰ ਅਤੇ ਉਸ ਦੀ ਦਇਆ ਦੇ ਉੱਤੇ ਨਿਰਭਰ ਰਹਿਣਾ ਹੈ। ਉਸ ਦੀ ਉਹ ਕਿਰਪਾ ਅਤੇ ਬਰਕਤਾਂ ਜਿਸ ਦੇ ਅਸੀਂ ਹੱਕਦਾਰ ਹਾਂ, ਜਾਂ ਅਸੀਂ ਆਤਮਿਕ ਕਮਜ਼ੋਰੀ ਅਤੇ ਹਾਰ ਦਾ ਸਾਹਮਣਾ ਕਰਾਂਗੇ। ਇਸ ਲਈ ਸਾਨੂੰ ਗੰਭੀਰਤਾ ਨਾਲ ਪ੍ਰਾਰਥਨਾ ਵਿੱਚ ਸਮਾਂ ਗੁਜ਼ਾਰਨਾ ਚਾਹੀਦਾ ਹੈ ਕਿ ਅਸੀਂ ਉਸ ਦੀ ਅਗਵਾਈ ਮੰਗਦੇ ਹੋਏ ਉਸ ਦੇ ਨਾਲ ਗਹਿਰੇ ਸੰਬੰਧ ਦਾ ਵਿਕਾਸ ਕਰੀਏ ਅਤੇ ਉਸ ਨੂੰ ਉਸ ਕੰਮ ਦੇ ਵਿੱਚ ਉਸ ਦੀ ਸਮਰੱਥ ਨੂੰ ਦੇਖੀਏ। ਜੇਕਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਅਸੀਂ ਆਪਣੇ ਜੀਵਨ ਦੇ ਵਿੱਚ ਉਸ ਦੀ ਹਜ਼ੂਰੀ ਅਤੇ ਸਮਰੱਥਾ ਦੇ ਚਿੰਨ੍ਹਾਂ ਨੂੰ ਵੇਖਣ ਦੀ ਆਸ ਕਰ ਸਕਦੇ ਹਾਂ। ਇਹ ਵਚਨ ਦੇ ਵਿੱਚ ਸਾਫ਼ ਰੀਤੀ ਨਾਲ ਅਸੀਂ ਵੇਖਦੇ ਹਾਂ। ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਉਸ ਦਾ 11 ਅਧਿਆਏ ਜਿੱਥੇ ਵਿਸ਼ਵਾਸ ਦੀ ਗੱਲ ਕੀਤੀ ਗਈ ਹੈ, ਉਸ ਵਿੱਚ ਅਸੀਂ ਇਸ ਗੱਲ ਨੂੰ ਵੇਖਦੇ ਹਾਂ। 11:6 ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਅਤੇ ਨੇਚਾ ਬਾਝੋਂ ਉਹਦੇ ਮਨ ਨੂੰ ਭਾਉਣਾ ਅਨਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣੇ ਤਾਲਿਬਾਂ ਦਾ ਫਲ ਦਾਤਾ ਹੈ। ਇਸ ਦਾ ਮਤਲਬ ਪਰਮੇਸ਼ਰ ਦੀ ਜਿਹੜੇ ਭਾਲ ਕਰਦੇ ਨੇ ਉਹਨਾਂ ਨੂੰ ਆਸ਼ੀਸ਼ ਦੇਣ ਵਾਲਾ ਹੈ। ਪਰਮੇਸ਼ਰ ਚਾਹੁੰਦਾ ਹੈ। ਦੂਸਰੀ ਗੱਲ ਇਹਦੇ ਵਿੱਚ ਜਦੋਂ ਦਰਸ਼ਨ ਦੀ ਅਸੀਂ ਕਰਦੇ ਹਾਂ, ਜਿੱਥੇ ਲਿਖਿਆ ਹੈ ਉਹਦੇ ਦਰਸ਼ਨ ਨੂੰ ਲਗਾਤਾਰ ਲੋਚੋ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਹਰ ਸਮੇਂ ਉਸ ਦਾ ਆਨੰਦ, ਉਸ ਦੀਆਂ ਬਰਕਤਾਂ ਨੂੰ ਪਾਈਏ, ਅਤੇ ਉਹ ਇਸ ਸ਼ਰਤ 'ਤੇ ਕਿ ਆਪਣੇ ਸਾਰੇ ਮਾਰਗਾਂ ਵਿੱਚ ਉਹਦੀ ਸੱਚਾਈ ਨੂੰ ਸਵੀਕਾਰ ਕਰੀਏ। ਦੂਜੇ ਸ਼ਬਦਾਂ ਵਿੱਚ ਹਰ ਸਮੇਂ ਉਹਨੂੰ ਆਦਰ ਦਿਓ। ਆਪਣੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਹਦੇ ਦਰਸ਼ਨ ਦੇ ਖੋਜੀ ਹੋਣਾ ਚਾਹੀਦਾ ਹੈ। ਇੱਕ ਵਾਰ ਫਿਰ, ਆਪਣੇ ਦਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਸ ਦੇ ਦਰਸ਼ਨ ਦੇ ਖੋਜੀ ਹੋਣਾ ਚਾਹੀਦਾ। ਤੁਸੀਂ ਚਾਹੇ ਕਿੰਨੇ ਵੀ ਧਨੀ ਹੋ ਜਾਂ ਕੰਮ ਕਰਨ ਵਾਲੇ ਕਿਉਂ ਨਾ ਹੋਵੋ, ਆਪਣੇ ਦਿਨ ਦੀ ਸ਼ੁਰੂਆਤ ਦਾ ਪਹਿਲਾ ਭਾਗ ਪ੍ਰਭੂ ਨੂੰ ਦੇਣਾ ਸਿੱਖਣਾ ਹੋਵੇਗਾ। ਤੁਸੀਂ ਅਜਿਹਾ ਵਿਚਾਰ ਕਰਦੇ ਹੋਵੋਗੇ ਕਿ ਆਪਣੀ ਨੌਕਰੀ ਜਾਂ ਪ੍ਰਭੂ ਦੀ ਸੇਵਾ ਵਿੱਚ ਮੇਰੇ ਵਰਗਾ ਕੋਈ ਰੁੱਝਿਆ ਹੋਇਆ ਨਹੀਂ ਹੈ, ਤਾਂ ਵੀ ਤੁਹਾਨੂੰ ਪ੍ਰਭੂ ਨੂੰ ਆਦਰ ਦੇਣਾ ਹੋਵੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਕਾਫੀ ਸਮਾਂ ਗੁਜ਼ਾਰਨਾ ਪਵੇਗਾ। ਦਿਨ ਦੀ ਸ਼ੁਰੂਆਤ ਉਸਤਤ ਅਤੇ ਆਰਾਧਨਾ ਦੇ ਨਾਲ ਕਰੋ। ਪਰਮੇਸ਼ਰ ਨੇ ਤੁਹਾਨੂੰ ਜੋ ਤੰਦਰੁਸਤੀ ਅਤੇ ਬਲ ਦਿੱਤਾ ਹੈ, ਇਸ ਲਈ ਉਸ ਦਾ ਧੰਨਵਾਦ ਕਰੋ। ਮੈਂ ਬਹੁਤੇ ਵਿਸ਼ਵਾਸੀਆਂ ਨੂੰ ਇਹ ਵੇਖਿਆ ਹੈ ਕਿ ਉਹ ਸਵੇਰ ਨੂੰ ਪਰਮੇਸ਼ਰ ਨੂੰ ਪਹਿਲਾ ਸਥਾਨ ਨਹੀਂ ਦਿੰਦੇ, ਬਲਕਿ ਸ਼ਾਮ ਨੂੰ ਪਰਿਵਾਰ ਦੇ ਨਾਲ ਇਕੱਠੇ ਹੁੰਦੇ। ਪਿਆਰੋ, ਇਹ ਬਹੁਤ ਗਲਤ ਗੱਲ ਹੈ।
ਉਹ ਪਰਮੇਸ਼ਰ ਜਿਹੜਾ ਜੀਵਨ ਦੇਣ ਵਾਲਾ ਹੈ, ਉਹ ਪਰਮੇਸ਼ਰ ਜਿਹਨੇ ਬਿਨ ਦੇਖੇ ਮੇਰੇ ਨਾਲ ਪਿਆਰ ਕੀਤਾ ਹੈ, ਉਹ ਪਰਮੇਸ਼ਰ ਜਿਹਨੇ ਬਿਨਾਂ ਸ਼ਰਤ ਮੇਰੇ ਪਾਪ ਮਾਫ ਕੀਤੇ ਹੈ, ਉਹ ਪਰਮੇਸ਼ਰ ਜਿਹਨੇ ਮੈਨੂੰ ਬਿਨਾਂ ਸ਼ਰਤ ਪਰਮੇਸ਼ਰ ਦੀ ਸੰਤਾਨ ਬਣਾਇਆ ਹੈ, ਉਹ ਪਰਮੇਸ਼ਰ ਜਿਸ ਨੇ ਮੇਰੇ ਉੱਤੇ ਕੋਈ ਵੀ ਨਿਯਮ ਲਾਗੂ ਨਹੀਂ ਕੀਤਾ ਬਲਕਿ ਆਪਣੇ ਸਵਰਗ ਦਾ ਅਧਿਕਾਰ ਮੈਨੂੰ ਸੌਂਪ ਦਿੱਤਾ। ਮੈਂ ਚਾਹੁੰਦਾ ਹਾਂ ਕਿ ਹਰ ਇੱਕ ਵਿਸ਼ਵਾਸੀ ਆਪਣੇ ਜੀਵਨ ਵਿੱਚ ਪਰਮੇਸ਼ਰ ਨੂੰ ਪਹਿਲਾ ਸਥਾਨ ਦੇਵੇ। ਜਦੋਂ ਅਸੀਂ ਪਰਮੇਸ਼ਰ ਨੂੰ ਪਹਿਲਾ ਸਥਾਨ ਦਿੰਦੇ ਹਾਂ, ਆਪਣੇ ਦਿਨ ਦੀ ਸ਼ੁਰੂਆਤ ਪਰਮੇਸ਼ਰ ਦੇ ਨਾਲ ਕਰਦੇ ਹਾਂ ਜਿਹਨੇ ਮੇਰੇ ਉੱਤੇ ਆਪਣੀ ਕਿਰਪਾ ਕੀਤੀ ਹੈ, ਤਾਂ ਉਹ ਪਰਮੇਸ਼ਰ ਉਸ ਦਿਨ ਨੂੰ ਮੇਰੇ ਲਈ ਆਪਣੀ ਆਸ਼ੀਸ਼ਾਂ ਦੇ ਨਾਲ ਬਦਲ ਦਿੰਦਾ ਹੈ। ਮੇਰੇ ਦਿਨ ਦੇ ਦੁੱਖ ਨੂੰ ਆਪਣੇ ਉਸ ਦੁੱਖ ਨੂੰ ਝੱਲਣ ਵਾਲੇ ਕਿਰਪਾ ਦੇ ਵਚਨ ਦੇ ਨਾਲ ਬਦਲ ਦਿੰਦਾ ਹੈ। ਕੀ ਤੁਸੀਂ ਇਸ ਗੱਲ ਦੇ ਉੱਤੇ ਭਰੋਸਾ ਕੀਤਾ ਹੈ? ਜੇ ਭਰੋਸਾ ਕੀਤਾ ਹੈ ਤਾਂ ਤੁਹਾਡੇ ਜੀਵਨ ਦੇ ਵਿੱਚ ਇਹ ਅਨੁਭਵ ਜ਼ਰੂਰ ਆਵੇਗਾ, ਔਰ ਇਹ ਅਨੁਭਵ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਰ ਦੀ ਆਸ਼ੀਸ਼ ਦਾ ਹੋਵੇਗਾ। ਮੈਂ ਇੱਕ ਅਜਿਹੇ ਵਿਅਕਤੀ ਨੂੰ ਜਾਣਦਾ ਹਾਂ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਸਮਾਂ ਬਿਤਾਉਂਦੇ ਸਨ। ਮੈਂ ਆਪਣੇ ਜੀਵਨ ਦੇ ਵਿੱਚ ਜਦੋਂ ਮੇਰੇ ਕੰਨ ਦਾ ਆਪਰੇਸ਼ਨ ਹੋ ਰਿਹਾ ਸੀ, ਪਹਿਲੇ ਕੰਨ ਦਾ ਵੀ ਆਪਰੇਸ਼ਨ ਉਸ ਡਾਕਟਰ ਨੇ ਕੀਤਾ, ਦੂਸਰੇ ਦਾ ਵੀ ਉਸਨੇ ਕੀਤਾ। ਉਹ ਜੋ ਡਾਕਟਰ ਸੀ ਬਾਲੀਵੁੱਡ ਸੀ ਔਰ ਬਹੁਤ ਅੱਛਾ, ਉਹਦੇ ਵਿੱਚ ਪਰਮੇਸ਼ਰ ਦਾ ਪ੍ਰਕਾਸ਼, ਵਚਨ ਦਾ ਪ੍ਰਕਾਸ਼ ਚਮਕਦਾ ਸੀ। ਜਦੋਂ ਮੈਨੂੰ ਆਪਣਾ ਉੱਥੋਂ ਲੈ ਕੇ ਤੁਰਿਆ ਉਸ ਵੇਲੇ ਉਹਨੇ ਪ੍ਰਾਰਥਨਾ ਕੀਤੀ। ਜਦੋਂ ਮੈਨੂੰ ਆਪਰੇਸ਼ਨ ਥੀਏਟਰ ਦੇ ਵਿੱਚ ਲੈ ਗਿਆ ਉਸਨੇ ਪ੍ਰਾਰਥਨਾ ਕੀਤੀ। ਜਦੋਂ ਮੇਰਾ ਆਪਰੇਸ਼ਨ ਕਰਨ ਲੱਗਾ ਉਸਨੇ ਪ੍ਰਾਰਥਨਾ ਕੀਤੀ। ਹਰ ਇੱਕ ਗੱਲ ਦੇ ਵਿੱਚ ਉਹ ਆਪਣਾ ਪਹਿਲਾ ਸਥਾਨ ਪਰਮੇਸ਼ਰ ਨੂੰ ਦਿੰਦਾ ਸੀ। ਉਹ ਇਸ ਕਰਕੇ ਸਕਸੈਸਫੁਲ ਹੋਇਆ। ਇਸੇ ਤਰ੍ਹਾਂ ਮੈਂ ਇੱਕ ਡਾਕਟਰ ਨੂੰ ਵੀ ਜਾਣਦਾ ਹਾਂ ਜਿਹੜਾ ਅੱਖਾਂ ਦਾ ਆਪਰੇਸ਼ਨ ਕਰਦੇ ਸਨ। ਉਹ ਹਮੇਸ਼ਾ ਕਿਸੇ ਵੀ ਮਰੀਜ਼ ਦਾ ਆਪਰੇਸ਼ਨ ਕਰਦੇ ਸੀ ਤਾਂ ਪਹਿਲਾਂ ਪ੍ਰਾਰਥਨਾ ਕਰਦੇ ਸੀ, ਔਰ ਉਹਨਾਂ ਦੇ ਆਪਰੇਸ਼ਨ ਦੇ ਵਿੱਚ ਕਿਤੇ ਵੀ ਅਨਸਕਸੈਸ ਕੋਈ ਇੱਦਾਂ ਦੀ ਗੱਲ ਨਹੀਂ ਪਾਈ ਗਈ। ਹਮੇਸ਼ਾ ਉਹ ਸਫਲ ਰਹੇ। ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਆਦਰ ਦੇਣਾ ਸ਼ੁਰੂ ਕਰ ਦਿੰਦੇ ਹੋ, ਜਦੋਂ ਤੁਸੀਂ ਪਰਮੇਸ਼ਰ ਦੇ ਦਿਨ ਦੇ ਵਿੱਚ ਪਰਮੇਸ਼ਰ ਨੂੰ ਪਹਿਲਾ ਸਥਾਨ ਦੇਣਾ ਸ਼ੁਰੂ ਕਰ ਦਿੰਦੇ ਹੋ, ਜਦੋਂ ਉੱਠ ਕੇ ਤੁਸੀਂ ਪਰਮੇਸ਼ਰ ਦਾ ਧੰਨਵਾਦ ਅਤੇ ਮਹਿਮਾ ਦੇ ਗੀਤ ਗਾਉਂਦੇ ਹੋ, ਤਾਂ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਉਹ ਪਰਮੇਸ਼ਰ ਉਸ ਦਿਨ ਨੂੰ ਮੇਰੇ ਲਈ ਆਸ਼ੀਸ਼ ਦੇ ਵਿੱਚ ਕਨਵਰਟ ਬਦਲ ਦਿੰਦਾ ਹੈ। ਅਸੀਂ ਇਸ ਭੇਤ ਨੂੰ ਖੋ ਚੁੱਕੇ ਹਾਂ। ਇਸੇ ਕਰਕੇ ਤਾਂ ਜ਼ਬੂਰ ਦਾ ਲਿਖਣ ਵਾਲਾ ਦਾਊਦ ਇਹ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਉਹਦੇ ਦਰਸ਼ਨ ਨੂੰ ਲਗਾਤਾਰ ਲੋਚੋ, ਉਹਦੇ ਦਰਸ਼ਨ ਨੂੰ ਲਗਾਤਾਰ ਲੋਚੋ। ਅਸੀਂ ਲੋਚਦੇ ਨਹੀਂ ਹਾਂ, ਅਸੀਂ ਉਹਦੀ ਖੋਜ ਨਹੀਂ ਕਰਦੇ, ਅਸੀਂ ਉਹਦਾ ਆਦਰ ਨਹੀਂ ਕਰਦੇ। ਇਸ ਕਰਕੇ ਸਾਡੇ ਕੰਮ ਧੰਦਿਆਂ ਦੇ ਵਿੱਚ, ਸਾਡੇ ਜੀਵਨ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਹਰ ਇੱਕ ਖੇਤਰ ਦੇ ਵਿੱਚ ਰੁਕਾਵਟ ਹੀ ਰੁਕਾਵਟ ਹੈ। ਅਸੀਂ ਪਰਮੇਸ਼ਰ ਦੇ ਘਰ ਨੂੰ ਉਦੋਂ ਛੱਡ ਦਿੰਦੇ ਹਾਂ ਜਦੋਂ ਮੇਰੇ ਜੀਵਨ ਦੇ ਵਿੱਚ ਨਿਰਾਸ਼ਾ ਆਉਂਦੀ ਹੈ। ਨਿਰਾਸ਼ਾ ਇਸ ਲਈ ਆਉਂਦੀ ਹੈ ਕਿਉਂਕਿ ਮੈਂ ਪਰਮੇਸ਼ਰ ਨੂੰ ਆਪਣਾ ਸਥਾਨ ਨਹੀਂ ਦੇ ਰਿਹਾ। ਤੁਸੀਂ ਜਿਸ ਆਫਿਸ ਦੇ ਵਿੱਚ ਜਾਂਦੇ ਹੋ, ਉਸ ਬੌਸ ਨੂੰ ਅਗਰ ਤੁਸੀਂ ਨਹੀਂ ਬੁਲਾਉਂਦੇ ਹੋ, ਉਸ ਬੌਸ ਦੀ ਤੁਸੀਂ ਅਗਰ ਇੱਜ਼ਤ ਨਹੀਂ ਕਰਦੇ ਹੋ, ਉਹ ਤਾਂ ਤੁਹਾਡੇ ਜੀਵਨ ਦੀ ਤਰੱਕੀ ਦੇ ਵਿੱਚ ਰੁਕਾਵਟ ਦਾ ਕਾਰਨ ਬਣ ਜਾਵੇਗਾ। ਇਸ ਲਈ ਪਿਆਰੋ, ਆਪਣੇ ਜੀਵਨ ਦੇ ਵਿੱਚ ਤੁਸੀਂ ਪਰਮੇਸ਼ਰ ਨੂੰ ਪਹਿਲਾ ਸਥਾਨ ਅਤੇ ਆਦਰ ਦੇਣਾ ਸਿੱਖੋ। ਉਹਦੇ ਜੀਵਨ ਦੇ, ਉਹਦੇ ਵਚਨ ਦੇ ਦਰਸ਼ਨ ਦੇ ਖੋਜੀ ਬਣ ਜਾਓ, ਤਾਂ ਪਰਮੇਸ਼ਰ ਤੁਹਾਡੇ ਲਈ ਕੂੜ ਭੇਤ ਦੀਆਂ ਗੱਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੋਲ ਦੇਵੇਗਾ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਵੀ ਨਹੀਂ ਹੋ। ਔਰ ਜੇਕਰ ਅਸੀਂ ਆਪਣੇ ਅਨੁਭਵ ਅਤੇ ਗਿਆਨ 'ਤੇ ਨਹੀਂ ਰੱਖਾਂਗੇ ਤਾਂ ਸਾਡੀ ਮਿਹਨਤ ਸਾਨੂੰ ਕੋਈ ਆਨੰਦ ਨਹੀਂ ਦੇਵੇਗੀ। ਸਾਨੂੰ ਤਾਂ ਪਰਮੇਸ਼ਰ ਦੀ ਕਿਰਪਾ, ਗਿਆਨ ਅਤੇ ਮਾਰਗਦਰਸ਼ਨ 'ਤੇ ਨੀਂਹ ਰੱਖਣੀ ਚਾਹੀਦੀ ਹੈ। ਸਾਨੂੰ ਤਾਂ ਪਰਮੇਸ਼ਰ ਦੀ ਕਿਰਪਾ, ਗਿਆਨ ਅਤੇ ਮਾਰਗ 'ਤੇ ਨੀਂਹ ਰੱਖਣੀ ਚਾਹੀਦੀ ਹੈ। ਕਹਿਣ ਦਾ ਭਾਵ ਯਿਸੂ ਮਸੀਹ 'ਤੇ। ਸਵੇਰੇ ਉੱਠ ਕੇ ਤੁਸੀਂ ਉਸ ਦੇ ਵਚਨ ਦਾ ਦੀਦਾਰ ਕਰੋ, ਸਵੇਰੇ ਉੱਠ ਕੇ ਤੁਸੀਂ ਉਸ ਦੀ ਮਹਿਮਾ ਦੇ ਸਰਤਾਜ ਦੇ ਗੀਤ ਗਾਓ, ਤਾਂ
ਵੇਖੋ ਪਰਮੇਸ਼ਰ ਦੀ ਆਸ਼ੀਸ਼ ਤੁਹਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਮੜਦੀ ਹੈ, ਕਿਸ ਤਰ੍ਹਾਂ ਉਹ ਤੁਹਾਡੇ ਜੀਵਨ ਦੇ ਵਿੱਚ ਆਪਣੇ ਭੇਤਾਂ ਨੂੰ ਪ੍ਰਗਟ ਕਰੇਗਾ, ਕਿਸ ਤਰ੍ਹਾਂ ਉਹ ਆਪਣੇ ਦਰਸ਼ਨ ਤੁਹਾਡੇ ਜੀਵਨ ਦੇ ਵਿੱਚ ਵਚਨ ਦੇ ਨਾਲ ਪ੍ਰਗਟ ਕਰੇਗਾ। ਔਰ ਤੁਸੀਂ ਪਰਮੇਸ਼ਰ ਦੀ ਆਮਦ ਦੇ ਵਿੱਚ ਪਰਮੇਸ਼ਰ ਦੇ ਲਈ ਯਕੀਨੀ ਫਲ ਬਣ ਜਾਓਗੇ। ਮੇਰੇ ਪਿਆਰੇ ਅਜ਼ੀਜ਼, ਮੈਂ ਇਸ ਵਚਨ ਦੇ ਵਿੱਚ ਪਰਮੇਸ਼ਰ ਦੇ ਇਸ ਭੇਤ ਨੂੰ ਸਿੱਖਿਆ ਔਰ ਇਸ ਵਚਨ ਦੇ ਨਾਲ ਮੈਂ ਆਪਣੇ ਜੀਵਨ ਨੂੰ ਪ੍ਰੇਰਿਤ ਕੀਤਾ ਔਰ ਅੱਜ ਤੱਕ ਮੈਂ ਉਸ ਦੇ ਇਸ ਭੇਦ ਦੇ ਵਿੱਚ ਚੱਲ ਕੇ ਪਰਮੇਸ਼ਰ ਦੀ ਆਸ਼ੀਸ਼ ਪ੍ਰਾਪਤ ਕੀਤੀ ਹੈ, ਪਰਮੇਸ਼ਰ ਦੀ ਆਸ਼ੀਸ਼ ਪ੍ਰਾਪਤ ਕੀਤੀ ਹੈ। ਔਰ ਜੇ ਮੈਂ ਪ੍ਰਾਪਤ ਕੀਤੀ ਹੈ ਤਾਂ ਉਸ ਸੀਕਰਟ ਨੂੰ, ਉਸ ਭੇਤ ਨੂੰ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂ ਕਿ ਤੁਸੀਂ ਵੀ ਫਲਦਾਰ ਹੋਵੋ, ਤਾਂ ਕਿ ਤੁਸੀਂ ਵੀ ਉਸ ਫਲ ਦੇ ਸਵਾਦ ਨੂੰ ਚੱਖ ਸਕੋ। ਉਹ ਫਲ ਕਿੰਨਾ ਮਿੱਠਾ ਹੈ, ਉਹ ਫਲ ਕਿੰਨਾ ਸਾਡੇ ਲਈ ਸਾਡੇ ਜੀਵਨ ਦੇ ਵਿੱਚ ਤਾਕਤ ਦੇਣ ਵਾਲਾ ਹੈ, ਉਹ ਫਲ ਕਿੰਨਾ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਪ੍ਰਕਾਸ਼ ਨੂੰ ਪ੍ਰਗਟ ਕਰਨ ਵਾਲਾ ਹੈ। ਇਸ ਲਈ ਪ੍ਰਿਓ, ਇੱਕ ਵਿਸ਼ਵਾਸੀ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਨੂੰ ਪਹਿਲਾ ਥਾਂ ਦੇਣਾ ਚਾਹੀਦਾ ਹੈ। ਮੇਰਾ ਵਿਸ਼ਾ ਵੀ ਇਹੋ ਸੀ, ਮੇਰਾ ਸਬਜੈਕਟ ਵੀ ਇਹੋ ਸੀ। ਇੱਕ ਵਿਸ਼ਵਾਸੀ ਨੂੰ ਆਪਣੇ ਜੀਵਨ ਵਿੱਚ ਪ੍ਰਭੂ ਨੂੰ ਪਹਿਲਾ ਥਾਂ ਦੇਣਾ ਚਾਹੀਦਾ। ਜੇ ਤੁਸੀਂ ਪਰਮੇਸ਼ਰ ਦੇ ਭੇਤਾਂ ਨੂੰ ਜਾਣਨਾ ਅਤੇ ਪਰਮੇਸ਼ਰ ਦੇ ਭੇਤ ਅਗਰ ਤੁਹਾਡੇ ਵਿੱਚ ਪ੍ਰਗਟ ਹੋਣੇ ਆ ਤਾਂ ਤੁਸੀਂ ਪਹਿਲਾ ਥਾਂ ਉਹਨੂੰ ਦੇਣਾ ਸਿੱਖ ਲਓ। ਪ੍ਰਭੂ ਤੁਹਾਨੂੰ ਬਰਕਤ ਦੇਵੇਗਾ। ਪ੍ਰਭੂ ਆਪਣੇ ਇਸ ਵਚਨ ਦੇ ਨਾਲ ਸਾਨੂੰ ਆਸ਼ੀਸ਼ ਦੇਵੇ। ਜੈ ਮਸੀਹ।